परम सत्कार साध संगत जी। गुरु नानक देव जी की जन्म साखी विचों गुरु गोबिंद सिंह जी पातशाही दसवीं उन्हां दा प्रसंग विचारदे हैं। बोलो जी वाहिगुरू। आनंदपुर विच बैठियां नूं सिखां ने श्री गुरु तेग बहादुर जी का ਸੀਸ ਲਿਆ ਕੇ ਦਿੱਤਾ ਤਾਂ ਕਲਗੀਧਰ ਪਿਤਾ ਜੀ ਦਾ ਸੀਸ ਦੇਖ ਕਰ ਇਹ ਆਵਾਜ਼ ਦਿੱਤੀ, ਤੇਗ ਬਹਾਦਰ ਕੇ ਚਲਤ ਭਇਓ ਜਗਤ ਮੈਂ ਸੋਕ, ਹੈ ਸਭ ਜਗ ਭਇਓ ਜੈ 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 ਸੁਰਲੋਕ। ਧਰਮ ਹੇਤ ਸਾਕਾ ਜਿਨ ਕੀਆ, ਸੀਸ दिया पर सिर न दिया, साधन हेत इति जिन करी, ਸੀਸ दिया पर सी ना उचरी। ਇਹ ਇਤਿਆਦਿਕ ਵਾਕ ਕਹੇ, ਫਿਰ ਸੀਸ ਨੂੰ ਲੈ ਕਰ ਗੁਰੂ ਸਾਹਿਬ ਨੇ ਵਿਧੀ ਪੂਰਵਕ ਸੰਸਕਾਰ ਕੀਤਾ ਅਤੇ ਆਪ ਗੁਰਿਆਈ ਦਾ ਕਾਰੋਬਾਰ ਕਰਨ ਲੱਗੇ। ਗੁਰੂ ਸਾਹਿਬ ਪੋਹ ਸੁਦੀ 7ਵੀਂ ਸੰਮਤ 1723 ਬਿਕਰਮੀ ਨੂੰ ਗੁਰੂ ਤੇਗ ਬਹਾਦਰ ਜੀ ਦੇ ਘਰ ਪਰ ਪਟਨੇ ਸ਼ਹਿਰ ਵਿੱਚ ਪ੍ਰਗਟ ਹੋਏ। ਸੰਮਤ 1732 ਬਿਕਰਮੀ ਮੱਘਰ ਸੁਦੀ ਪੰਚਮੀ ਨੂੰ ਗੁਰਿਆਈ ਪਾਈ ਅਤੇ ਅਦਭੁਤ ਕੌਤਕ ਕਰਕੇ ਸਾਰੀ ਉਮਰ 42 ਵਰਸ 2 ਮਹੀਨੇ ਭੋਗ ਕੇ 1764 ਬਿਕਰਮੀ ਕੱਤਕ ਸੁਦੀ ਪੰਚਮੀ ਨੂੰ ਅਬਚਲ ਨਗਰ ਹਜੂਰ ਸਾਹਿਬ ਜੋਤੀ ਜੋਤ ਸਮਾ ਗਏ। ਦੁਨੀਆ ਭਰ ਵਿੱਚ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਨਾਲ ਦੀ ਕੋਈ ਨਜ਼ੀਰ ਨਜ਼ਰ ਨਹੀਂ ਆਉਂਦੀ, ਜੈਸੀ ਕਿ ਇਹਨਾਂ ਨੇ ਕਰਕੇ ਦਿਖਾਈ। ਇਹਨਾਂ ਗੁਰੂ ਸਾਹਿਬ ਦਾ ਜੀਵਨ ਚਰਿੱਤਰ ਇੰਨਾ ਵੱਡਾ ਹੈ ਕਿ ਜੇਕਰ ਐਡੀ ਵੱਡੀ ਸਾਖੀ ਹੋਰ ਜਨਮ ਸਾਖੀ ਵੀ ਬਣ ਜਾਏ ਤਾਂ ਵੀ ਮੁੱਕਦੀ ਨਹੀਂ। ਇਸੇ ਲਈ ਜਨਮ ਤੋਂ ਲੈ ਕੇ ਸਾਰੇ ਪ੍ਰਸੰਗ ਛੱਡ ਦਿੱਤੇ, ਪਰੰਤੂ ਇੱਕ ਪ੍ਰਸੰਗ ਚਮਕੌਰ ਸਾਹਿਬ ਵਾਲਾ ਜੋ ਇਸ ਵਿੱਚ ਵਿਚਾਰਿਆ ਹੈ ਉਹ ਬਾਰ-ਬਾਰ ਯਾਦ ਆਉਂਦਾ ਹੈ। ਇਸ ਲਈ ਕੇਵਲ ਉਹ ਪ੍ਰਸੰਗ ਦਿਖਾ ਕੇ ਸੰਪੂਰਨ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਕਿ ਮੈਂ ਚਮਕੌਰ ਦਾ ਜੰਗ ਦੱਸਾਂ, ਇਹ ਵੀ ਸਾਡੇ ਆਖੇ ਬਗੈਰ ਨਹੀਂ ਰਹਿ ਸਕਦਾ ਕਿ ਜੈਸੇ ਪਿਆਰ ਗੁਰੂ ਸਾਹਿਬ ਨੂੰ ਹਿੰਦੂ ਧਰਮ ਨਾਲ ਸੀ, ਵੈਸਾ ਹੋਰ ਕਿਸੇ ਨੂੰ ਅੱਜ ਤੱਕ ਨਹੀਂ ਹੋਇਆ। ਉਹਨਾਂ ਦੇ ਕੰਮ ਦੱਸ ਰਹੇ ਹਨ ਕਿ ਉਹ ਹਮੇਸ਼ਾ ਜ਼ਾਲਮਾਂ ਦੇ ਵਿਰੁੱਧ ਰਹੇ। ਜੇਕਰ ਇਹ ਕਹੀਏ ਕਿ ਉਹ ਮੁਸਲਮਾਨ ਕੌਮ ਦੇ ਵਿਰੁੱਧ ਸੀ ਤਾਂ ਵੀ ਨਹੀਂ, ਕਿਉਂਕਿ ਜੇਕਰ ਉਹਨਾਂ ਦੇ ਵਿਰੁੱਧ ਹੁੰਦੇ ਤਾਂ 500 ਪਠਾਨ ਦਾਮਲੇ ਦੇ ਜੋ ਪੀਰ ਬੁੱਧੂ ਸ਼ਾਹ ਨੇ ਸੰਮਤ 1742 ਬਿਕਰਮੀ ਨੂੰ ਨੌਕਰ ਰਖਾਏ ਸੀ, ਨੌਕਰ ਨਾ ਰੱਖਦੇ। ਅਤੇ ਜੇਕਰ ਹਿੰਦੂਆਂ ਦੇ ਨਿਰੇ ਪੱਖੀ ਹੁੰਦੇ ਤਾਂ ਮਸੰਦਾਂ ਨੂੰ ਤੇਲ ਦੇ ਕੜਾਹਿਆਂ ਵਿੱਚ ਪਾ ਕੇ ਕਿਉਂ ਸਾੜਦੇ। ਇਸ ਤੋਂ ਇਹ ਸਿੱਧ ਹੋਇਆ ਕਿ ਉਹ ਜ਼ੁਲਮ ਨੂੰ ਦੂਰ ਕਰਨ ਵਾਸਤੇ ਪ੍ਰਿਥਵੀ 'ਤੇ ਆਏ ਸੀ। ਸੱਤ ਧਰਮ ਦਾ ਪ੍ਰਚਾਰ ਕਰਨਾ ਉਹਨਾਂ ਦਾ ਅਸਲੀ ਅਸੂਲ ਸੀ, ਜੈਸਾ ਕਿ ਉਹਨਾਂ ਦੇ ਵਾਕਾਂ ਤੋਂ ਸਾਬਤ ਹੈ। ਸ੍ਰੀ ਮੁੱਖ ਵਾਕ ਬਚਿੱਤਰ ਨਾਟਕ ਵਿੱਚੋਂ, ਹਮ ਇਸ ਕਾਜ ਜਗਤ ਮੇਂ ਆਏ, ਧਰਮ ਹੇਤ ਗੁਰਦੇਵ ਪਠਾਏ, जहाँ तहाँ तुम धर्म बिथारो, दुष्ट दोखियन को पकड़ पछाड़ो। यह काज धरा हम जन्मं, समझ लेहो साधु सब मनमं, धर्म चलावन संत उभारण, दुष्ट सबन को मूल उपारण। बस श्री गुरु कलगीधर जी महाराज जिस काम वास्ते काल पुरख की तरफों आए तो ਉਹੀ ਕੰਮ ਪੂਰਾ ਕਰਨ ਦੀ ਫਿਕਰ ਵਿੱਚ ਲੱਗ ਗਏ ਅਤੇ ਗੱਦੀ ਪਰ ਬੈਠਦਿਆਂ ਹੀ ਸਰਬ ਖਾਲਸੇ ਨੂੰ ਹੁਕਮ ਦੇ ਦਿੱਤਾ ਕਿ ਜੋ ਸਿੱਖ ਸਾਡੇ ਵਾਸਤੇ ਚੰਗਾ ਘੋੜਾ ਅਤੇ ਚੰਗਾ ਸ਼ਸਤਰ ਲਿਆਵੇ
ਉਸ ਪਰ ਅਸੀਂ ਬਹੁਤ ਖੁਸ਼ੀ ਹੋਵਾਂਗੇ। ਇਹ ਹੁਕਮ ਸੁਣ ਕੇ ਸਭ ਸੰਗਤਾਂ ਦੂਰੋਂ ਦੂਰੋਂ ਸ਼ਸਤਰ ਘੋੜੇ ਲਿਆਉਣ ਲੱਗੀਆਂ ਅਤੇ ਮਹਾਰਾਜ ਨੇ ਵੀ ਜੰਗ ਦੇ ਸਮਾਨ ਮੁਹੱਈਆ ਕਰਕੇ ਫੌਜਾਂ ਭਰਤੀ ਕਰਨੀਆਂ ਆਰੰਭ ਕਰ ਦਿੱਤੀਆਂ। ਇਸ ਹੁਕਮ ਨੂੰ ਸੁਣ ਕੇ ਸੰਮਤ 1733 ਬਿਕਰਮੀ ਨੂੰ ਅਸਾਮ ਦੇ ਰਾਜਾ ਰਾਮ ਰਾਏ ਦਾ ਪੁੱਤਰ ਕਰਨ ਰਾਏ, ਜੋ ਗੁਰੂ ਤੇਗ ਬਹਾਦਰ ਜੀ ਦਾ ਸਿੱਖ ਸੀ, ਸ੍ਰੀ ਕਲਗੀਧਰ ਜੀ ਦੇ ਪਾਸ ਆਨੰਦਪੁਰ ਵਿਖੇ ਪੰਚ ਕਲਾ ਸ਼ਸਤਰ, ਜਿਸ ਦੀ ਕਲਾ ਦਿਖਾਉਣ ਨਾਲ ਬਰਸ਼ੀ, ਬੰਦੂਕ, ਪੇਸ਼, ਕਬਜ਼, ਪਿਸਤੌਲ, ਗੁਰਜ, ਇਹ 5 ਹਥਿਆਰ ਬਣ ਜਾਂਦੇ ਸੀ, ਉਹ ਭੇਟਾ ਲਿਆਇਆ। ਅਤੇ ਚੰਦਨ ਦੀ ਚੌਕੀ, ਜਿਸ ਪਰ ਇਸ਼ਨਾਨ ਦੇ ਵਕਤ 4 ਪੁਤਲੀਆਂ ਹਾਜ਼ਰ ਹੋ ਜਾਂਦੀਆਂ ਸੀ, 5 ਦਰਿਆਈ ਘੋੜੇ ਅਤੇ 100 ਕੋਹ ਦਾ ਦਮ ਰੱਖਦੇ, ਇੱਕ ਪ੍ਰਸ਼ਾਦੀ ਹਾਥੀ, ਸਭ ਕੁਝ ਸਿੱਖਿਆ ਹੋਇਆ ਸੀ, ਇਹ ਵੀ ਭੇਟਾ ਲਿਆਇਆ, ਜੋ ਗੁਰੂ ਸਾਹਿਬ ਨੇ ਖੁਸ਼ੀ ਨਾਲ ਮਨਜ਼ੂਰ ਕੀਤੀਆਂ। ਜਿਸ ਵਕਤ ਗੁਰੂ ਸਾਹਿਬ ਪਾਸ ਕਾਫੀ ਤਾਦਾਦ ਫੌਜ ਹੋ ਗਈ ਤਾਂ ਉਹਨਾਂ ਜ਼ਾਲਮਾਂ ਦੇ ਮੁਕਾਬਲੇ ਵਾਸਤੇ ਕਮਰ ਬੱਧੀ, ਪਰੰਤੂ ਗੁਰੂ ਸਾਹਿਬ ਨੇ ਇਹ ਸੋਚਿਆ ਕਿ ਹਿੰਦੂ ਕੌਮ ਐਸੀ ਗਿਰ ਗਈ ਹੈ ਜੋ ਇਹ ਮੁਸਲਮਾਨਾਂ ਦਾ ਨਾਮ ਸੁਣ ਕੇ ਡਰਦੀ ਹੈ, ਇਸ ਵਿੱਚ ਮੁਕਾਬਲੇ ਦੀ ਤਾਕਤ ਨਹੀਂ ਰਹੀ। ਇਸ ਇੱਕ ਤੀਸਰਾ ਪੰਥ ਖਾਲਸਾ ਰਚ ਕੇ ਉਹਨਾਂ ਦੁਸ਼ਟਾਂ ਦਾ ਨਾਸ਼ ਕਰੀਏ, ਇਹੀ ਸੋਚ ਕੇ ਗੁਰੂ ਜੀ ਨੇ ਕੇਸਗੜ੍ਹ ਦਰਬਾਰ ਲੱਗਾ ਅਤੇ ਸੰਮਤ 1756 ਬਿਕਰਮੀ 1 ਵਿਸਾਖ ਨੂੰ ਖਾਲਸਾ ਰਚਿਆ। ਸਾਰੀ ਫੌਜ ਵਿੱਚੋਂ ਪਹਿਲੇ ਦਿਨ 5 ਸਿੰਘ ਹੀ ਤਲਵਾਰ ਦੇ ਹੇਠ ਸਿਰ ਦੇਣ ਵਾਸਤੇ ਨਿਤਰੇ। ਗੁਰੂ ਸਾਹਿਬ ਨੇ ਕਨਾਤ ਵਿੱਚ 5 ਬੱਕਰੇ ਸਭ ਤੋਂ ਉੱਪਰ ਹੀ ਲਿਆ ਰੱਖੇ ਅਤੇ ਫਿਰ ਹੱਥ ਵਿੱਚ ਨੰਗੀ ਤਲਵਾਰ ਕਰਕੇ ਆਖਿਆ, ਕੋਈ ਸਿੱਖ ਹੈ ਜੋ ਸਿਰ ਦੇਵੇ। ਚਮਕਦੀ ਤਲਵਾਰ ਅਤੇ ਲਾਲ ਅੱਖਾਂ ਨੂੰ ਦੇਖ ਕੇ ਬਹੁਤ ਲੋਕ ਖਿਸਕ ਗਏ, ਪਰੰਤੂ ਸਭ ਤੋਂ ਪਹਿਲੇ ਭਾਈ ਦਇਆ ਸਿੰਘ ਜੀ ਖੱਤਰੀ ਨੇ ਉੱਠ ਕੇ ਆਖਿਆ, ਹੇ ਭਗਵਾਨ, ਸਿਰ ਤਾਂ ਉਸੇ ਦਿਨ ਹੀ ਦੇ ਚੁੱਕੇ ਹਾਂ ਜਿਸ ਦਿਨ ਆਪ ਨੇ ਸਿੱਖ ਬਣਾਇਆ ਹੈ। ਗੁਰੂ ਸਾਹਿਬ ਉਸ ਨੂੰ ਕਨਾਤ ਅੰਦਰ ਲੈ ਗਏ ਅਤੇ ਇੱਕ ਇੱਕ ਕਰਕੇ ਬੱਕਰਾ ਚਟਕਾ ਕੇ ਲਹੂ ਦੀ ਭਿੱਜੀ ਹੋਈ ਤਲਵਾਰ ਲੈ ਕੇ ਬਾਹਰ ਆਏ ਅਤੇ ਬਚਨ ਕੀਤਾ, ਕੋਈ ਸਿੱਖ ਹੈ ਜੋ ਸਿਰ ਦੇਵੇ। ਫਿਰ ਭਾਈ ਧਰਮ ਸਿੰਘ ਜੱਟ ਖੜ੍ਹਾ ਹੋਇਆ, ਇੱਦਾਂ ਫਿਰ ਹਿੰਮਤ ਸਿੰਘ ਕਰਾਹਾ ਉੱਠਿਆ ਅਤੇ ਫਿਰ ਸਾਹਿਬ ਸਿੰਘ ਨਾਈ ਹਾਜ਼ਰ ਹੋਇਆ ਅਤੇ ਫਿਰ ਮੋਹਕਮ ਸਿੰਘ ਸ਼ੀਂਬਾ ਅੱਗੇ ਆਇਆ। ਤਦ ਇਹ 5 ਆ ਚੁੱਕੇ ਤਾਂ ਗੁਰੂ ਸਾਹਿਬ ਨੇ ਇਹਨਾਂ 5 ਨੂੰ ਨਵੀਨ ਵਸਤਰ ਸਜਾ ਕੇ ਬਾਹਰ ਲਿਆਂਦਾ ਅਤੇ ਆਖਿਆ, ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਇੱਕ ਗੁਰੂ ਅੰਗਦ ਜੀ ਸੀ, ਸਾਬਤ ਰਹੇ ਸੇ, ਹੁਣ ਤਾਂ 5 ਸਾਬਤ ਰਹੇ ਹਨ। ਅਸੀਂ ਭਰੋਸਾ ਕਰਦੇ ਹਾਂ ਕਿ ਮਾਰਾਂਗੇ ਜ਼ਾਲਮਾਂ ਨੂੰ। ਇਹ ਕਹਿ ਕੇ ਆਪ ਅੰਮ੍ਰਿਤ ਤਿਆਰ ਕੀਤਾ ਅਤੇ ਉਹਨਾਂ ਨੂੰ ਛਕਾਇਆ ਅਤੇ ਹੈਰਤ ਦੱਸੀ ਅਤੇ ਫਿਰ ਉਹਨਾਂ ਤੋਂ ਆਪ ਅੰਮ੍ਰਿਤ ਛਕ ਕੇ ਬਚਨ ਕੀਤਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਇਸ ਆਸੇ ਨੂੰ ਲੈ ਕੇ ਭਾਈ ਗੁਰਦਾਸ ਜੀ ਨੇ ਇਸ ਪ੍ਰਕਾਰ ਲਿਖਿਆ, ਗੁਰਬਰ ਅਕਾਲ ਕੇ ਹੁਕਮ ਸਿਉ ਉਪਜਿਓ ਵਿਗਿਆਨਾ, ਤਦ ਸਹਿਜੇ ਰਚਿਆ ਖਾਲਸਾ ਸਾਬਤ ਮਰਦਾਨਾ। ਊਠ ਸਿੰਘ ਭਵਕਾਰ ਕਰ ਸਭ ਜਗ ਡਰਪਾਨਾ, ਮੜੀ ਗੌਰ ਦੇਵਲ ਮਸੀਤ ਢਹਿਕੀਏ ਮੈਦਾਨਾ। ਵੇਦ ਪੁਰਾਣ ਖਟ ਸ਼ਾਸਤਰ ਫੁਨ ਮਿਟੇ ਕੁਰਾਨਾ, ਬਾਂਗ ਸਹਾਤ ਹਟਾਏ ਕਰ ਮਾਰੇ ਸੁਲਤਾਨਾ। ਮੀਰ ਪੀਰ ਸਭ ਛਪ ਗਏ ਸਭ ਮਜ਼ਹਬ ਉਲਟਾਨਾ, ਮਲਵਾਨੇ ਕਾਜੀ ਪੜ੍ਹ ਥੱਕੇ ਕੁਛ ਮਰਮ ਨ ਜਾਣਾ। ਲੱਖ ਪੰਡਤ ਬ੍ਰਾਹਮਣ ਜੋਤਕੀ ਬਿਕਸਿਉ ਰੁਝਾਨਾ, ਫੁਨ ਪਾਥਰ ਦੇਵਲ ਪੂਜ ਕਰ ਅਤ ਹੀ ਪ੍ਰਮਾਨਾ। ਉਹ ਦੋਨੋਂ ਫਿਰਕੇ ਕਪਟ ਮੇਂ ਰਚ ਰਹੇ ਨਿਦਾਨਾ,
ਤੀਸਰ ਮਜ਼ਹਬ ਖਾਲਸਾ ਉਪਜਿਓ ਪ੍ਰਧਾਨਾ, ਜਿਨ ਗੁਰੂ ਗੋਬਿੰਦ ਸਿੰਘ के हुक्म स्यों कह खड़क दिखाना, ते सब दुश्मन को भेंट कर अकाल जपाना। फिर ऐसा हुक्म अकाल का जग में प्रगटाना, तब सुन्नत कोई न कर सकै कांपत तुरकाना। यों उम्मत सब मुहम्मदी खप गई निदाना, तद फड़े डंक जग में करे दुख धुंध मिटाना। तीसर पंथ चलायन वड सूर गहेला, वाह वाह गोबिंद सिंह आपे गुरचेला। ओ गुरु गोबिंद होए प्रगटिया दसवें अवतारा, जिन अलख अकाल निरंजन जपियो करतारा। जिन पंथ चलायो खालसा तर तेज करारा, सिर केस धार गह खड़क जो सब दुष्ट पछारा। सील जत की कछ पहर पकड़े हथ हारा, सच फतेह बुलाई गुरु की जीत्यो रण भारा। सब दैत अरण के घोर कर क्यों पचनारा, तब सहजे प्रगट्यो जगत में गुरु आप अपारा। ज्यों उपजै सिंह भुजंगीए नील अंबर धारा, तुर्क दुष्ट सब शह किए हर नाम उचारा। तिन आगे कोई न ठहरियो भागे सरदारा, तैं राजे शाह अमीवड़े होए सब शारा। फिर सुनकर ऐसी धरक को कांपे गिर पारा, सब धरती हलचल भई छाडे घर बारा। यों ऐसा धुंध कलेश में खपियो संसारा, तह बिन सतगुर को नहीं भय काटन हारा। गह ऐसे खड़क दिखाइए सो सके न चेला, वाह वाह गोबिंद सिंह आपे गुरचेला। 1.25 से एक लड़ाऊं, तबै गोबिंद सिंह नाम कहाऊं। चिड़ियन से मैं बाज तड़ाऊं, तबै गोबिंद सिंह नाम कहाऊं। पंच रतन दे बाद गुरु साहिब ने आनंदगढ़ लोहगढ़ आदि किले रचवाए ते भंगाणी आदि ते कई जंग जिते। इत्थे केवल ਇਹ ਦੱਸਣਾ ਹੈ ਕਿ ਗੁਰੂ ਸਾਹਿਬ ਜੀ ਨੇ ਕੈਸਾ ਉਪਕਾਰ ਭਾਰਤ ਵਰਸ ਦੇ ਹਿੰਦੂਆਂ ਉੱਪਰ ਕੀਤਾ। ਮੈਂ ਇਸ ਗੱਲ ਜ਼ੋਰ ਨਾਲ ਕਹਿੰਦਾ ਹਾਂ ਕਿ ਜੇਕਰ ਗੁਰੂ ਗੋਬਿੰਦ ਸਿੰਘ ਜੀ ਨਾ ਹੁੰਦੇ ਤਾਂ ਅੱਜ ਇੱਕ ਵੀ ਹਿੰਦੂ ਨਜ਼ਰ ਨਾ ਆਉਂਦਾ। ਪਰੰਤੂ ਅਫਸੋਸ ਕਿ ਜਿਸ ਗੁਰੂ ਸਾਹਿਬ ਨੇ ਸਾਡੀ ਖਾਤਰ ਪਹਿਲੇ ਆਪਣੇ ਪਿਆਰੇ ਪਿਤਾ ਨੂੰ ਕੁਰਬਾਨ ਕਰਾਇਆ, ਫਿਰ ਸਾਹੀ ਸਮਾਨ ਸਾਰੇ ਦਾ ਸਾਰਾ ਲੁਟਾ ਦਿੱਤਾ। ਜਿਸ ਨੇ ਆਪਣੇ ਜਿਗਰ ਦੇ ਟੁਕੜੇ, ਗੁਲਾਬ ਦੇ ਫੁੱਲ, ਛੋਟੇ ਛੋਟੇ ਸਾਹਿਬਜ਼ਾਦੇ ਆਪਣੀਆਂ ਅੱਖਾਂ ਦੇ ਸਾਹਮਣੇ ਤਲਵਾਰਾਂ ਨਾਲ ਸ਼ਹੀਦ ਹੁੰਦੇ ਵੇਖੇ। ਜਿਸ ਨੇ ਛੋਟੇ ਸਾਹਿਬਜ਼ਾਦੇ ਕੰਧ ਵਿੱਚ ਧਰਮ ਰੱਖਿਆ ਵਾਸਤੇ ਚਿਣੇ ਜਾਣ ਦਿੱਤੇ। ਜਿਸ ਨੇ ਲੱਖਾਂ ਦਾ ਮੁਕਾਬਲਾ ਇੱਕ ਇੱਕ ਨਾਲ ਕਰਾਇਆ। ਜਿਸ ਨੇ ਆਪਣੇ ਪਿਆਰੇ ਸਿੱਖਾਂ ਦੇ ਲੱਖਾਂ ਸਿਰ ਧਰਮ ਰੱਖਿਆ ਵਾਸਤੇ ਬਲਿਦਾਨ ਕਰਾਏ। ਜਿਸ ਨੇ ਆਪਣੇ ਸਿੱਖਾਂ ਦੇ ਦਿਲ ਵਿੱਚ ਐਸਾ ਅੰਮ੍ਰਿਤ ਭਰਿਆ ਕਿ ਉਹਨਾਂ ਧਰਮ ਵਾਸਤੇ ਬੰਦ ਕਟਾਏ ਤੇ ਸੀ ਤੱਕ ਨਾ ਕੀਤੀ। ਜਿਸ ਨੇ ਮਰਦੇ ਹਿੰਦੂਆਂ ਨੂੰ 5 ਚੂਲੇ ਅੰਮ੍ਰਿਤ ਦੇ ਪਿਆ ਕੇ ਮੁੜ ਸਰਜੀਵ ਕੀਤਾ। ਜਿਸ ਨੇ ਆਪਣੀ ਸਾਰੀ ਉਮਰ ਦੁੱਖ ਤੇ ਭੁੱਖ ਵਿੱਚ ਗੁਜ਼ਾਰੀ, ਜੋ ਸਾਡੇ ਲਈ ਨੰਗੇ ਪੈਰੀਂ ਝਾੜੀਆਂ ਤੇ ਪਹਾੜੀਆਂ ਵਿੱਚ ਫਿਰਦਾ ਰਿਹਾ, ਸਾਡੇ ਲਈ ਘਰ ਛੱਡ ਕੇ ਵਤਨੋਂ ਬੇਵਤਨ ਹੋਇਆ। ਜਿਸ ਨੇ ਸਿਵਾਏ ਇੱਕ ਅਕਾਲ ਦੇ ਹੋਰ ਕਿਸੇ ਨੂੰ ਨਾ ਪੂਜਿਆ। ਜਿਸ ਨੇ ਬੱਕਰੀਆਂ ਤੇ ਚਿੜੀਆਂ ਤੋਂ ਸ਼ੇਰਾਂ ਤੇ ਬਾਜਾਂ ਦਾ ਸ਼ਿਕਾਰ ਕਰਾਇਆ। ਜਿਸ ਨੇ ਵਿਚਾਰੇ ਜੱਟ ਗਰੀਬਾਂ ਨੂੰ ਰਾਜ ਦਿਵਾਇਆ।
ਸੱਚ ਪੁੱਛੋ ਤਾਂ ਭਾਰਤ ਦਾ ਡੁੱਬਦਾ ਜਹਾਜ਼ ਕਿਨਾਰੇ ਲਾਇਆ ਤੇ ਤੁਸਾਂ ਉਸ ਦਾ ਕੀ ਕਦਰ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ